तमाम तर दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਅੱਜ ਅਸੀਂ ਇੱਕ ਬੜਾ ਹੀ ਅਹਿਮ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ, ਜਿਹੜਾ ਕਿ ਇਸ ਵੇਲੇ ਦਾ ਸਭ ਤੋਂ ਮਹੱਤਵਪੂਰਨ, ਸੰਜੀਦਾ, ਗੰਭੀਰ ਤੇ ਭਖਦਾ ਮੁੱਦਾ ਹੈ ਕਰੋਨਾ ਦੀ ਮਹਾਮਾਰੀ। ਇਹਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਤਾਂ ਕਿ ਤੁਹਾਡੇ ਤੌਖਲੇ ਦੂਰ ਹੋ ਸਕਣ, ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਅਸੀਂ ਅੱਜ ਸੱਦਾ ਦਿੱਤਾ ਹੈ ਮਾਹਿਰ ਡਾਕਟਰ ਮਨੀਸ਼ ਅਗਰਵਾਲ ਜੀ ਨੂੰ, ਜਿਹੜੇ ਕਿ ਇਸ ਵਿਸ਼ੇ ਦੇ ਮਾਹਰ ਨੇ। ਔਰ ख़ास ਗੱਲ ਇਹ ਹੈ ਕਿ ਉਹਨਾਂ ਨੇ ਕਰੋਨਾ ਸੰਬੰਧੀ, ਕੋਵਿਡ ਸੰਬੰਧੀ ਬਹੁਤ ਖੋਜ ਕੀਤੀ ਹੈ, ਰਿਸਰਚ ਕੀਤੀ ਹੈ, ਹੁਣ ਵੀ ਕਰ ਰਹੇ ਨੇ, ਅਤੇ ਬਹੁਤ ਸਾਰੀਆਂ ਨਵੀਆਂ ਗੱਲਾਂ ਉਹਨਾਂ ਨੇ ਸਾਹਮਣੇ ਲਿਆਂਦੀਆਂ ਜਿਨ੍ਹਾਂ ਤੋਂ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਪਹਿਲਾਂ ਤੇ। ਸਤਿ ਸ਼੍ਰੀ ਅਕਾਲ। ਅਤੇ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਡਾਕਟਰ ਸਾਹਿਬ, ਕਿ ਜਿਹੜਾ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ ਜੀ, ਇਹ ਕਿੱਥੇ ਖੜੀ ਹੈ, ਇਹਦੀ ਅਸਲ ਸਥਿਤੀ ਕੀ ਹੈ, ਸੈਕੰਡ ਫੇਜ਼ ਜਿਹੜਾ ਇਹਦਾ ਹੁਣ ਚੱਲ ਰਿਹਾ? ਜੀ ਦੇਖੋ ਜੀ, ਨੋਵਲ ਕਰੋਨਾ ਵਾਇਰਸ ਦੇ ਨਾਮ ਦੇ ਨਾਲ ਇਹ ਜਿਹੜੀ ਬਿਮਾਰੀ ਕੋਵਿਡ-19 ਪੈਂਡੈਮਿਕ ਇਸ ਟਾਈਮ ਪੂਰੀ ਦੁਨੀਆ 'ਚ ਹੀ ਜੀ ਇਹਨੇ ਆਪਣਾ ਭਿਆਨਕ ਚਿੱਤਰ ਪੇਸ਼ ਕੀਤਾ। ਦਸੰਬਰ 2020 ਤੋਂ ਲੈ ਕੇ ਹੁਣ ਮਈ 2021 ਤੱਕ ਇਹਦੇ ਜਿਹੜੇ ਵਾਇਰਸ ਆ, ਇਹਦੇ ਕਾਫੀ ਮੁਟੇਸ਼ਨ, ਇਹਨੇ ਆਪਣੇ ਨਵੇਂ ਰੂਪ ਜਿਹੜੇ ਆ ਇਹ ਬਣਾ ਲਏ ਨੇ। ਤਾਂ ਹੁਣ ਇੱਕ ਨਵਾਂ ਹੀ ਵੇਰੀਐਂਟ, ਜਿਹਨੂੰ ਆਪਾਂ ਆਮ ਭਾਸ਼ਾ 'ਚ ਯੂਕੇ ਵੇਰੀਐਂਟ ਕਹਿੰਦੇ ਆ, ਉਹ ਵੇਰੀਐਂਟ ਆਫ ਕੰਸਰਨ ਦੇ ਨਾਲ ਅਮਰੀਕਾ, ਯੂਕੇ, ਤਾਂ ਹੁਣ ਸਾਡੇ ਇੰਡੀਆ 'ਚ ਵੀ ਇਹਨੇ ਆਪਣੇ ਪੈਰ ਜਿਹੜੇ ਆ ਉਹ ਪਸਾਰੇ ਆ। ਹੁਣ ਤੱਕ ਅਗਰ ਅਸੀਂ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਇਸ ਵਾਇਰਸ ਦੇ ਨਾਲ ਟੋਟਲ ਕੋਈ 16 ਕੁ ਕਰੋੜ ਲੋਕ ਜਿਹੜੇ ਆ ਉਹ ਇਸ ਬਿਮਾਰੀ ਤੋਂ ਗ੍ਰਸਤ ਹੋ ਚੁੱਕੇ ਨੇ, ਅਤੇ ਟੋਟਲ ਵਰਲਡ ਦੇ ਵਿੱਚ ਜਿਹੜੀਆਂ ਡੈਥਸ ਹੋ ਚੁੱਕੀਆਂ ਨੇ ਤਕਰੀਬਨ ਉਹ 33 ਲੱਖ ਤੱਕ ਮੌਤਾਂ ਪੂਰੇ ਵਰਲਡ ਦੇ ਵਿੱਚ ਹੋ ਗਈਆਂ ਨੇ। ਆਪਣੇ ਭਾਰਤ ਵਿੱਚ ਕਿੰਨੀ ਹੈ? ਆਪਣੇ ਭਾਰਤ ਦੇ ਵਿੱਚ ਜਿਹੜੇ ਟੋਟਲ ਕਨਫਰਮਡ ਕੇਸ ਨੇ ਉਹ 2.25 ਕਰੋੜ ਦੇ ਨਜ਼ਦੀਕ ਮਈ 2021 ਹੁਣ ਤੱਕ ਹੋ ਗਏ ਨੇ, ਜਿਹੜੇ ਕਨਫਰਮਡ ਕੇਸ ਨੇ। ਅਤੇ ਜਿਹੜੀਆਂ ਟੋਟਲ ਡੈਥਸ ਨੇ ਆਪਣੇ ਹਿੰਦੁਸਤਾਨ 'ਚੋਂ 3 ਲੱਖ ਦੇ ਤਕਰੀਬਨ ਪਾਰ ਪਹੁੰਚ ਗਈਆਂ ਨੇ। ਡਾਕਟਰ ਮਨੀਸ਼ ਅਗਰਵਾਲ ਜੀ, ਪਿਛਲੀ ਵਾਰੀ ਇਨੀਸ਼ੀਅਲ ਸਟੇਜ 'ਤੇ ਜਦੋਂ ਸਰਕਾਰ ਨੇ ਤੁਰੰਤ ਹੀ ਲੋਕਡਾਊਨ ਲਾਤਾ ਔਰ ਬੜੀ ਸਖਤੀ ਨਾਲ ਉਹਨੂੰ ਲਾਗੂ ਕੀਤਾ, ਉਹਦਾ ਅਸਰ ਵੀ ਪ੍ਰਤੱਖ ਦੇਖਣ ਨੂੰ ਮਿਲਿਆ। ਐਤਕੀ ਕੀ ਗੱਲ ਹੈ ਵੀ ਜਿਹੜਾ ਲਾਕਡਾਊਨ ਲਾਇਆ ਜਾ ਰਿਹਾ ਫੇਜ਼ਡ ਮੈਨਰ 'ਚ ਜਾਂ ਟੁੱਟਵੇਂ ਤਰੀਕੇ ਨਾਲ, ਇਹਦੇ ਵਿੱਚ ਲੋਕ ਵੀ ਉੱਦਾਂ ਹੀ ਤੁਰੇ ਫਿਰਦੇ ਆ, ਕੋਈ ਇਹਦਾ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ। ਕੀ ਇਹ ਜਿਹੜਾ ਸਾਰਾ ਗੱਲ ਆ, ਇਹ ਪਹਿਲਾਂ ਵਾਂਗ ਹੀ ਸਖਤੀ ਹੋਣੀ ਚਾਹੀਦੀ ਹੈ ਜਾਂ ਕੀ ਕਮੀ ਰਹਿ ਗਈ, ਕਿੱਥੇ ਰਹਿ ਗਈ ਹੁਣ ਦੇ ਜਿਹੜਾ ਪ੍ਰੈਜ਼ੈਂਟ ਸਿਨੈਰੀਓ ਆ? ਦਰਅਸਲ ਜਦੋਂ ਪਿਛਲੇ ਸਾਲ ਮਾਰਚ 2020 ਦੇ ਵਿੱਚ ਸਰਕਾਰ ਵੱਲੋਂ ਲੋਕਡਾਊਨ ਐਨਫੋਰਸ ਕੀਤਾ ਗਿਆ, ਉਸ ਟਾਈਮ ਲੋਕੀ ਸਰਕਾਰ ਦੇ ਨਾਲ ਮੇਲ ਜੋਲ ਕਰਕੇ, ਸਰਕਾਰ ਦੇ ਨਾਲ ਸਹਿਮਤ ਹੋ ਕੇ ਉਹਨਾਂ ਨੇ ਇਸ ਲੋਕਡਾਊਨ ਦੇ ਵਿੱਚ ਪਾਰਟੀਸਪੇਟ ਕੀਤਾ, ਬਹੁਤ ਕੀਤਾ। ਲੇਕਿਨ ਸਰਕਾਰ ਨੂੰ ਉਸ ਲੋਕਡਾਊਨ ਦੇ ਦੌਰਾਨ ਜਿਹੜੀਆਂ ਆਪਣੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਸੀਗੀਆਂ, ਸਰਕਾਰ ਨੇ ਉਹ ਤਿਆਰੀਆਂ ਨਹੀਂ ਕੀਤੀਆਂ। ਤਿਆਰੀਆਂ ਨਾ ਕਰਨ ਦੇ ਕਰਕੇ ਉਨੇ ਟੈਸਟ ਨਹੀਂ ਹੋਏ, ਉਨੇ ਜਿਹੜੇ ਕੇਸਿਸ ਸਾਨੂੰ ਲੱਭੇ ਨਹੀਂ, ਜਿਹਦੇ ਕਰਕੇ ਸਰਕਾਰ ਨੇ ਆਪਣੀ ਪਿੱਠ ਥਪਥਪਾਈ ਕਿ ਸਾਡੇ ਹਿੰਦੁਸਤਾਨ 'ਚ ਤਾਂ ਕੇਸਿਸ ਜ਼ਿਆਦਾ ਨਹੀਂ ਹੈ। ਤਾਂ ਉਹ ਫਿਰ ਲੋਕਡਾਊਨ ਦੀ ਸਥਿਤੀ ਤੋਂ ਬਾਹਰ ਆਉਣ ਲਈ ਉਹਨਾਂ ਨੂੰ ਅਨਲੌਕ ਕਰ ਦਿੱਤਾ। ਹੁਣ ਜਦੋਂ ਕੇਸਿਸ ਜ਼ਿਆਦਾ ਵੱਧ ਗਏ, ਜ਼ਿਆਦਾ ਵਧਣ ਤੋਂ ਬਚਣ ਲਈ ਇਹਨਾਂ ਨੂੰ ਲੋਕਡਾਊਨ ਹੀ ਇਹਨਾਂ ਦੇ ਕੋਲ ਇੱਕ ਜ਼ਰੀਆ, ਤਾਂ ਕਿ ਬਿਮਾਰੀ ਜਿਹੜੀ ਫੈਲੇ ਨਾ, ਉਹਦੀ ਚੇਨ ਟੁੱਟੇ। ਹੁਣ ਜਦੋਂ ਦੁਬਾਰਾ ਲੋਕਡਾਊਨ ਲਾਉਣ ਲੱਗਦੇ ਨੇ ਇਹ, ਤਾਂ ਲੋਕੀ ਪਹਿਲੇ ਲੋਕਡਾਊਨ ਤੋਂ ਹੀ ਹੱਲੇ ਆਪਣੀ ਆਰਥਿਕ ਸਥਿਤੀ ਤੋਂ ਉੱਭਰ ਕੇ ਬਾਹਰ ਨਹੀਂ ਆਏ, ਅੱਕੇ ਹੋਏ ਨੇ। ਤਾਂ ਹੁਣ ਜਦੋਂ ਦੁਬਾਰਾ ਉਹ ਲੋਕਡਾਊਨ ਲਾਉਂਦੇ ਨੇ ਤਾਂ ਸਰਕਾਰਾਂ ਨੂੰ ਲੋਕੀ ਲੋਕਡਾਊਨ ਪੂਰੀ ਤਰ੍ਹਾਂ ਨਾਲ ਲਾਉਣ ਨਹੀਂ ਦਿੰਦੇ ਪਏ। ਇਹਦੇ ਵਿੱਚ ਗਲਤੀ ਲੋਕਾਂ ਦੀ ਨਹੀਂ ਹੈ, ਇਹਦੇ ਵਿੱਚ ਗਲਤੀ ਸਰਕਾਰ ਦੀ 100% ਆ ਕਿ ਉਸ ਟਾਈਮ ਦੇ ਲੋਕਡਾਊਨ ਦੇ ਵਿੱਚ ਇਹਨਾਂ ਨੇ ਕੋਈ ਤਿਆਰੀ ਨਹੀਂ ਕੀਤੀ, ਜਿਹਦਾ ਕਿ ਹਰਜਾਨਾ ਸਾਨੂੰ ਲੋਕਾਂ ਨੂੰ ਭੁਗਤਣਾ ਪਿਆ। ਅੱਜ ਬਿਮਾਰੀ ਦੇ ਕੇਸ ਨਿੱਤ ਰੋਜ਼ ਨਵੇਂ ਰਿਕਾਰਡ ਪੈਦਾ ਹੋ ਰਹੇ ਨੇ, ਜਿਹਦੇ ਕਰਕੇ ਕਿ ਹੁਣ ਉਸ ਰਿਕਾਰਡ ਨੂੰ ਦੇਖਣ ਤੋਂ ਬਾਅਦ ਸਰਕਾਰ ਵੀ ਚਿੰਤਿਤ ਆ, ਲੋਕ ਵੀ ਚਿੰਤਿਤ ਆ। ਸਰਕਾਰ ਦੇ ਕੋਲ ਪ੍ਰੀਪੇਅਰਡਨੈਸ ਨਾ ਹੋਣ ਦੇ ਕਰਕੇ ਲੋਕਾਂ ਦੇ ਉੱਪਰ ਲੋਕਡਾਊਨ ਫਿਰ ਦੁਬਾਰਾ ਇਨਫੋਰਸ ਕਰਨਾ ਚਾਹੁੰਦੀ ਆ, ਅਤੇ ਲੋਕ ਹੁਣ ਤਿਆਰ ਨਹੀਂ ਆ। ਔਰ ਮੌਜੂਦਾ ਸਥਿਤੀ ਇਹ ਆ ਕਿ ਗਵਰਨਮੈਂਟ ਆਫ ਇੰਡੀਆ ਨੇ ਤਾਂ ਇਹ ਵੀ ਗੱਲ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਹੀ
ਕਿ ਲੋਕਡਾਊਨ ਅੰਤਿਮ ਵਿਕਲਪ ਹੋਣਾ ਚਾਹੀਦਾ, ਜਦ ਕਿ ਲੋਕਡਾਊਨ ਪਿਛਲੀ ਵਾਰੀ ਇਹ ਕਹਿੰਦੇ ਸੀ ਕਿ ਇੱਕੋ ਹੀ ਵਿਕਲਪ ਆ, ਇੱਕੋ ਹੀ ਵਿਕਲਪ, ਲੋਕਡਾਊਨ, ਇੱਕੋ ਹੀ ਇੱਕ ਹੱਲ। ਇੱਕ ਹੱਲ। ਹੁਣ ਕਹਿੰਦੇ ਨੇ ਕਿ ਅੰਤਿਮ ਵਿਕਲਪ ਹੋਣਾ ਚਾਹੀਦਾ। ਵੀ ਪ੍ਰਾਈਮ ਮਿਨਿਸਟਰ ਸਾਹਿਬ ਕਹਿੰਦੇ ਨੇ ਲੋਕਡਾਊਨ ਅੰਤਿਮ ਵਿਕਲਪ ਆ, ਤੇ ਸਟੇਟ ਗਵਰਨਮੈਂਟਸ ਜਿਹੜੀਆਂ ਨੇ ਜਦੋਂ ਚਿੰਤਾ ਦਾ ਵਿਸ਼ੇ ਬਣਦਾ, ਇੰਨੇ ਨਵੇਂ ਕੇਸਿਸ ਨਿਕਲਦੇ ਨੇ, ਤਾਂ ਉਹ ਜਦੋਂ ਲੋਕਡਾਊਨ ਲਾਉਣ ਲੱਗਦੀਆਂ ਫਿਰ ਲੋਕੀ ਲਾਉਣ ਨਹੀਂ ਦਿੰਦੇ। ਹੁਣ ਫਸੀ ਹੋਈ ਗੱਲ ਇੱਥੇ ਆ ਵੀ ਲੋਕਡਾਊਨ ਦੇ ਨਾਲ ਵੀ ਇਹਨਾਂ ਨੇ ਇਸ ਬਿਮਾਰੀ ਨੂੰ ਰੋਕ ਲੈਣਗੇ, ਇਹ ਕੋਈ ਜ਼ਰੂਰੀ ਨਹੀਂ ਹੈ। ਡਾਕਟਰ ਸਾਹਿਬ, ਇੱਕ ਮੈਂ ਇਹ ਜਾਣਨਾ ਚਾਹੁੰਦਾ ਕਿ ਟੀਕਾਕਰਨ ਦੀ ਮੁਹਿੰਮ ਵੈਕਸੀਨੇਸ਼ਨ ਦੀ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਗਈ ਜੀ ਹੁਣ ਹਾਲਤ ਇਹ ਆ ਕਿ ਟੀਕਿਆਂ ਦੀ ਹੋ ਗਈ ਕਮੀ ਜੀ ਤੇ ਬਾਹਰਲੇ ਦੇਸ਼ਾਂ ਤੋਂ ਟੀਕੇ ਮੰਗਵਾਉਣ ਦੀ ਨੌਬਤ ਆ ਗਈ। ਛੋਟੇ ਛੋਟੇ ਮੁਲਕਾਂ ਤੋਂ ਵੀ ਅਸੀਂ ਈਵਨ ਲੈ ਰਹੇ ਹਾਂ ਜੀ। ਇਹਦਾ ਕੀ ਕਾਰਨ ਹੈ? ਦੇਖੋ, ਵੈਕਸੀਨੇਸ਼ਨ ਡਿਵੈਲਪ ਕਰਨਾ ਬੜੀ ਇੱਕ ਲੰਬੀ ਪ੍ਰਕਿਰਿਆ ਹੈ। ਗਵਰਨਮੈਂਟ ਨੇ 2 ਕੰਪਨੀਜ਼ ਨੂੰ ਇਹਦਾ ਵੈਕਸੀਨੇਸ਼ਨ ਬਣਾਉਣ ਲਈ ਨਾਮਜ਼ਦ ਕੀਤਾ। ਉਹਨਾਂ ਨੇ ਜਦੋਂ ਇਹ ਵੈਕਸੀਨ ਬਣਾਉਣੀ ਸ਼ੁਰੂ ਕੀਤੀ ਤਾਂ ਨੈਚੁਰਲੀ ਉਹਨਾਂ ਨੇ ਆਪਣੀ ਕਪੈਸਿਟੀ ਦੇ ਮੁਤਾਬਕ ਇਸ ਵੈਕਸੀਨ ਨੂੰ ਬਣਾਇਆ। ਲੇਕਿਨ ਦੇਖਣ ਦੇ ਵਿੱਚ ਇਹ ਆਇਆ ਕਿ ਜਿੰਨੀ ਕੁ ਵੈਕਸੀਨ ਦੀ ਡਿਮਾਂਡ ਪਿਛਲੇ ਕੁਝ ਦਿਨੀ ਬਿਮਾਰੀ ਦੇ ਵਧਣ ਦੇ ਨਾਲ ਉਹ ਡਿਮਾਂਡ ਵੀ ਵਧੀ, ਉਨੀ ਵੈਕਸੀਨ ਇਹ ਕੰਪਨੀਜ਼ ਨਹੀਂ ਬਣਾ ਪਾਈਆਂ। ਔਰ ਇੱਕ ਹੋਰ ਵੀ ਕਾਰਨ ਹੈ ਕਿ ਜਦੋਂ ਉਹਨਾਂ ਕੰਪਨੀਜ਼ ਨੇ ਵੈਕਸੀਨਸ ਨੂੰ ਡਿਵੈਲਪ ਕਰਨ ਤੋਂ ਬਾਅਦ ਬਣਾ ਲਿੱਤਾ ਆਫਟਰ ਮੈਨੂਫੈਕਚਰਿੰਗ, ਤਾਂ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਕੁਝ ਪੜੋਸੀ ਦੇਸ਼ਾਂ ਨੂੰ ਵੀ ਵੈਕਸੀਨ ਜਿਹੜੀ ਆ ਉਹ ਸਪਲਾਈ ਕਰ ਦਿੱਤੀ। ਐਵੇਂ ਲੱਗਦਾ ਕਿ ਉਸ ਟਾਈਮ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਸਾਡੇ ਹਿੰਦੁਸਤਾਨ ਦੀ ਇੰਨੀ ਜ਼ਿਆਦਾ ਜਿਹੜੀ ਪਾਪੂਲੇਸ਼ਨ ਆ ਉਹਨੂੰ ਅਸੀਂ ਕਿਵੇਂ ਕਵਰ ਕਰਾਂਗੇ। ਪਹਿਲਾਂ ਅਸੀਂ ਆਪਣਾ ਤੱਕ ਸੋਚੀਏ ਨਾ, ਜੀ। ਅਸੀਂ ਬਾਹਰਲੇ ਦੇਸ਼ਾਂ ਨੂੰ ਭੇਜਣ ਲੱਗ ਪਏ। ਜੀ, ਉਸ ਟਾਈਮ ਇਹ ਵੈਕਸੀਨੇਸ਼ਨ ਜਿਹੜਾ ਟ੍ਰਾਇਲ ਆ ਇਹ 45 ਸਾਲ ਤੋਂ ਉੱਪਰ ਦੇ ਲੋਕਾਂ ਲਈ ਹੀ ਦੇਣ ਵਾਸਤੇ ਕਿਹਾ ਗਿਆ। ਕੁਛ ਜਿਹੜੇ ਫਰੰਟ ਲਾਈਨ ਵਰਕਰ ਆ ਜਾਂ ਹੈਲਥ ਕੇਅਰ ਵਰਕਰਸ ਆ ਉਹਨਾਂ ਲਈ, ਉਹਨਾਂ ਦੀ ਪਾਪੂਲੇਸ਼ਨ ਵੀ ਹੈ, ਬਟ ਇੰਨੀ ਜ਼ਿਆਦਾ ਉਹਨਾਂ ਨੇ ਹੋਏਗਾ ਸੋਚਿਆ ਕਿ ਨਹੀਂ, ਇੰਨੀ ਜ਼ਿਆਦਾ ਜ਼ਰੂਰਤ ਨਹੀਂ। ਬਟ ਹੁਣ ਜਦੋਂ ਇਹਦੀ ਬਿਮਾਰੀ ਦੀ ਆਮਦ ਇੰਨੀ ਜ਼ਿਆਦਾ ਹੋ ਗਈ ਹਿੰਦੁਸਤਾਨ 'ਚ, ਤਾਂ ਹਰ ਬੰਦੇ ਨੂੰ ਡਰ ਲੱਗਦਾ, ਤੇ ਡਰ ਤੋਂ ਬਚਣ ਲਈ ਤੇ ਬਿਮਾਰੀ ਤੋਂ ਬਚਣ ਲਈ ਤਾਂ ਵੈਕਸੀਨੇਸ਼ਨ ਹੀ ਇੱਕ ਜ਼ਰੀਆ। ਤਾਂ ਉਸ ਹੱਲ ਨੂੰ ਹੁਣ ਜਦੋਂ ਲੋਕੀ ਲੱਭਦੇ ਨੇ ਤਾਂ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਆ ਨਹੀਂ ਮਿਲਦੀ। ਹੁਣ ਸਰਕਾਰ ਨੇ ਔਰ ਹੈਲਥ ਮਿਨਿਸਟਰੀ ਨੇ ਇਹ ਗੱਲ ਕਹੀ ਆ ਕਿ ਸੈਪਟੰਬਰ ਤੱਕ ਅਸੀਂ ਜਿਹੜੀ ਵੈਕਸੀਨੇਸ਼ਨ ਆ ਇਹਦੀ ਜਿਹੜੀ ਪ੍ਰੋਡਕਸ਼ਨ ਆ ਤਕਰੀਬਨ 10 ਕਰੋੜ ਮਹੀਨੇ ਦੀ ਡੋਜ਼ਿਸ ਜਿਹੜੀ ਆ ਬਣਾਵਾਂਗੇ। ਤਾਂ ਮੈਨੂੰ ਇੰਝ ਲੱਗਦਾ ਕਿ ਇਹ ਵੈਕਸੀਨੇਸ਼ਨ ਜਿਹੜਾ ਫੇਸ ਆ ਇਹ ਵੀ 1 ਤੋਂ ਲੈ ਕੇ 2 ਸਾਲ ਤੱਕ ਹੀ ਪੂਰਾ ਹੋਊਗਾ, ਜਿੰਨੀ ਕਿ ਜ਼ਿਆਦਾ ਜਨਸੰਖਿਆ ਸਾਡੇ ਹਿੰਦੁਸਤਾਨ 'ਚ ਹੈ। ਦੂਸਰੀ ਗੱਲ, ਛੋਟੇ ਬੱਚਿਆਂ ਲਈ ਵੀ ਹਲੇ ਇਸ ਵੈਕਸੀਨ ਦਾ ਟ੍ਰਾਇਲ ਜਿਹੜਾ ਨਹੀਂ ਹੋਇਆ ਸੀਗਾ, ਉਹਦੀ ਮਨਜ਼ੂਰੀ ਵੀ ਹੁਣ ਛੋਟੇ ਬੱਚਿਆਂ ਦੇ ਉੱਪਰ ਵੀ ਟ੍ਰਾਇਲ ਕਰਨ ਲਈ ਸਰਕਾਰ ਨੇ ਦੇ ਦਿੱਤੀ ਹੈ। ਤਾਂ ਲੇਕਿਨ ਫਿਰ ਵੀ ਵੈਕਸੀਨੇਸ਼ਨ ਦੀ ਜਿਹੜੀ ਘਾਟ ਆ ਉਹ ਸਾਨੂੰ ਆਮ ਜਨ ਨੂੰ ਵੀ ਮਹਿਸੂਸ ਜਿਹੜੀ ਆ ਉਹ ਰੜਕਦੀ ਹੈ। ਹਾਂਜੀ ਹਾਂ ਡਾਕਟਰ ਸਾਹਿਬ, ਇੱਕ ਇਹ ਵੀ ਜਾਣਨਾ ਚਾਹੁੰਦਾ ਮੈਂ ਕਿ ਜਿਹੜਾ ਆਪਣਾ ਦੇਸੀ ਇਲਾਜ ਪ੍ਰਣਾਲੀ ਹੈ, ਜਿਹਨੂੰ ਆਪਾਂ ਆਯੁਰਵੇਦ ਕਹਿੰਦੇ ਆ, ਜੀ, ਆਪਣੀ ਪੱਧਤੀ ਹੈ, ਚਿਕਿਤਸਾ ਪੱਧਤੀ, ਉਹ ਕਿੱਥੇ ਸਟੈਂਡ ਕਰਦੀ ਹੈ ਇੱਥੇ? ਉਹਦਾ ਵੀ ਦਾਅਵੇ ਕੀਤੇ ਜਾ ਰਿਹਾ ਹੈ ਕਿ ਆਯੁਰਵੇਦ ਦੀਆਂ ਦਵਾਈਆਂ ਵੀ ਬੜੀਆਂ ਮੁਫੀਦ ਨੇ। ਦੇਖੋ, ਜਿਹੜੀ ਤਾਂ ਗਵਰਨਮੈਂਟ ਆਫ ਇੰਡੀਆ ਨੇ ਆਯੁਰਵੈਦਿਕ ਮੈਡੀਸਨਸ ਔਰ ਆਯੁਸ਼ ਡਿਪਾਰਟਮੈਂਟ ਦੇ ਥਰੂ ਇਸ ਗੱਲ ਨੂੰ ਜ਼ਿਆਦਾ ਪਬਲਿਸਾਈਜ਼ ਕੀਤਾ। ਉਹਦੇ ਵਿੱਚ ਇਮਿਊਨਿਟੀ ਬੂਸਟਰ ਦੇ ਤੌਰ ਤੇ ਹੀ ਇਹਨਾਂ ਦਵਾਈਆਂ ਦਾ ਇਸਤੇਮਾਲ ਹੋ ਸਕਦਾ, ਯਾਨੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਈ ਜਾ ਸਕਦੀ ਹੈ। ਜੀ ਜੀ, ਤੇ ਰੋਗਾਂ ਤੇ ਯਾਨੀ ਕਾਬੂ ਨਹੀਂ ਪਾਇਆ ਜਾ ਸਕਦਾ। ਹਾਂਜੀ, ਉਹਦੇ ਦੇ ਵਿੱਚ ਇੱਕ ਆਯੁਸ਼ ਕਾੜਾ ਸਰਕਾਰ ਨੇ ਬੜੀਆਂ ਵੱਖਰੀਆਂ ਕੰਪਨੀਜ਼ ਨੂੰ ਕਿਹਾ ਬਣਾਉਣ ਵਾਸਤੇ। ਤਾਂ ਪੰਜਾਬ ਸਰਕਾਰ ਦੀ ਜਿਹੜੀ ਫਤਿਹ ਕਿੱਟ ਆ ਉਹਦੇ 'ਚ ਵੀ ਆਯੁਸ਼ ਕਾੜਾ ਹੈ। ਤੇ ਪਲੱਸ ਹੁਣ ਇੱਕ ਨਵੀਂ ਆਯੁਸ਼ 64 ਆਲਰੇਡੀ ਉਹ ਮੈਡੀਸਨਸ ਫੀਵਰ ਵਾਸਤੇ ਯੂਜ਼ ਹੁੰਦੀ ਸੀਗੀ, ਉਹ ਵੀ ਸਰਕਾਰ ਨੇ ਮਤਲਬ ਕਿ ਉਹਨੂੰ ਪਬਲਿਸਾਈਜ਼ ਕੀਤਾ ਕਿ ਤੁਸੀਂ ਆਯੁਸ਼ 64 ਮੈਡੀਸਨਸ ਵੀ ਦੇ ਸਕਦੇ ਹੋ, ਬਟ ਐਜ਼ ਏ ਇਮਿਊਨਿਟੀ ਬੂਸਟਰ। ਤੇ ਲੈਵਲ 1 ਦੇ ਮਰੀਜ਼ ਜਿਨ੍ਹਾਂ ਨੂੰ ਮਾਈਲਡ ਸਿੰਪਟਮਸ ਨੇ, ਫਲੂ ਲਾਈਕ ਸਿੰਪਟਮਸ, ਖੰਘ ਜ਼ੁਕਾਮ ਵਗੈਰਾ ਜਾਂ ਬੁਖਾਰ, ਬਸ ਇੱਥੋਂ ਤੱਕ ਹੀ ਉਹਨਾਂ ਦਾ ਆਪਣਾ ਰੋਲ ਆ। ਲੈਵਲ 2 ਦੇ ਲੈਵਲ 3 ਦੇ ਮਰੀਜ਼ਾਂ ਦੇ ਵਿੱਚ ਆਯੁਰਵੈਦਿਕ ਮੈਡੀਸਨਸ ਦਾ ਉਹਨਾਂ ਰੋਲ ਨਹੀਂ ਹੋ ਸਕਦਾ। ਬੜਾ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਔਰ ਮਹੱਤਵਪੂਰਨ ਸਵਾਲ ਹੈ, ਆਕਸੀਜਨ। ਜੀ, ਆਕਸੀਜਨ ਦਾ ਬੜਾ ਹੁਣ ਚਰਚਾ ਹੈ। ਆਕਸੀਜਨ ਸਿਲੰਡਰਸ ਦੀ ਕਮੀ, ਉਹਦੇ ਕਰਕੇ ਲੋਕ ਫੌਤ ਹੋ ਰਹੇ ਨੇ। ਆਕਸੀਜਨ ਦੀ ਕਮੀ ਵਾਕਈ ਹੈ ਜਾਂ ਇਹਦੇ ਲਈ ਕੀ ਨੀਤੀ ਅਖਤਿਆਰ ਕਰਨੀ ਚਾਹੀਦੀ? ਅਸਲ ਪੋਜੀਸ਼ਨ ਕੀ ਹੈ? ਸਰਕਾਰ ਤਾਂ ਕਹੀ ਜਾਂਦੀ ਹੈ ਵੀ ਨਹੀਂ, ਕੋਈ ਕਮੀ ਨਹੀਂ। ਗਲੋਬਲੀ ਅਗਰ ਦੇਖਿਆ ਜਾਏ ਤਾਂ ਹਿੰਦੁਸਤਾਨ ਦਾ ਜਿਹੜਾ ਹੈਲਥ ਸਿਸਟਮ ਆ ਉਹ ਬੜਾ ਹੀ ਇਨਸਫੀਸ਼ੀਐਂਟ ਔਰ ਇੰਪਰਫੈਕਟ ਹੈ। ਪਿਛਲੇ ਸਾਲ ਜਦੋਂ ਲੋਕਡਾਊਨ ਦੀ ਸਥਿਤੀ ਹੋਈ, ਅੱਧਾ ਅਧੂਰਾ ਜੀ,
ਜਦੋਂ ਲੋਕਡਾਊਨ ਪਿਛਲੇ ਸਾਲ ਸਰਕਾਰ ਨੇ ਲਗਾਇਆ, ਗਵਰਨਮੈਂਟ ਆਫ ਇੰਡੀਆ ਨੂੰ ਉਦੋਂ ਹੀ ਇਹਦੀ ਗੱਲ ਦੀ ਪ੍ਰੀਪੇਅਰਡਨੈਸ ਕਰਨੀ ਚਾਹੀਦੀ ਸੀਗੀ, ਅਰਲੀ ਪ੍ਰੀਪੇਅਰਡਨੈਸ, ਕਿ ਆਕਸੀਜਨ ਦੀ ਜਿਹੜੀ ਸਪਲਾਈ ਔਰ ਡਿਮਾਂਡ ਆ ਇਹ ਮਿਸਮੈਚ ਨਾ ਹੋਵੇ। ਇਸ ਟਾਈਮ ਜਿਹੜਾ ਆਕਸੀਜਨ ਕ੍ਰਾਈਸਿਸ ਚੱਲ ਰਿਹਾ, ਬੇਸਿਕਲੀ ਇਹ ਸਪਲਾਈ ਡਿਮਾਂਡ ਮਿਸਮੈਚ ਹੈ। ਜਿੰਨੀ ਜ਼ਿਆਦਾ ਇਹਦੀ ਡਿਮਾਂਡ ਆ, ਪਿੱਛੋਂ ਉਨੀ ਜ਼ਿਆਦਾ ਸਪਲਾਈ ਜਿਹੜੀ ਆ ਉਹ ਨਹੀਂ ਹੋ ਰਹੀ। ਆਕਸੀਜਨ ਪ੍ਰੋਡਿਊਸਿੰਗ ਜਿਹੜੇ ਯੂਨਿਟਸ ਨੇ ਉਹ ਹਿੰਦੁਸਤਾਨ 'ਚ ਉਨੇ ਜ਼ਿਆਦਾ ਨਹੀਂ ਹੈ। ਇਸ ਕਰਕੇ ਇਹ ਆਕਸੀਜਨ ਸਿਲੰਡਰਸ ਔਰ ਆਕਸੀਜਨ ਕੰਸਨਟਰੇਟਰਸ ਔਰ ਆਕਸੀਜਨ ਇਹ ਬਾਹਰੋਂ ਵੀ ਹੁਣ ਮਦਦ ਜਿਹੜੀ ਆ ਹੋਰ ਦੇਸ਼ਾਂ 'ਚੋਂ ਵੀ ਲਈ ਜਾ ਰਹੀ ਆ। ਮੇਰੇ ਮੁਤਾਬਕ ਇਹ ਜਿਹੜਾ ਆਕਸੀਜਨ ਕ੍ਰਾਈਸਿਸ ਹਿੰਦੁਸਤਾਨ 'ਚ ਹੁਣ ਆਇਆ, ਇਹ ਤਾਂ ਹੀ ਆ ਜਿਹੜਾ ਕਿ ਟ੍ਰੀਟਮੈਂਟ ਫੇਲੀਅਰ ਦੇ ਕਰਕੇ ਹੋਇਆ। ਜਿਹੜੀ ਕਰੋਨਾ ਦੀ ਬਿਮਾਰੀ ਆ, ਇਹ 3 ਲੈਵਲਸ ਤੇ ਅਸਰ ਕਰਦੀ ਆ ਮਰੀਜ਼ ਦੇ ਵਿੱਚ। ਲੈਵਲ 1, ਲੈਵਲ 2 ਤੇ ਲੈਵਲ 3। ਲੈਵਲ 1 ਦੇ ਵਿੱਚ ਉਹ ਮਰੀਜ਼ ਨੇ ਜਿਹੜੇ ਕੁਝ ਲੱਛਣ ਹੀ ਹੁੰਦੇ ਨੇ, ਲੇਕਿਨ ਉੱਥੇ ਉਹਨਾਂ ਦੀ ਆਕਸੀਜਨ ਲੈਵਲ ਪੂਰਾ ਹੁੰਦਾ। ਲੈਵਲ 2 ਦੇ ਵਿੱਚ ਉਹਨਾਂ ਦਾ ਆਕਸੀਜਨ ਲੈਵਲ ਥੋੜਾ ਘਟਣਾ ਸ਼ੁਰੂ ਹੋ ਜਾਂਦਾ, ਉਹ ਕਿਸੇ ਘਰ 'ਚ ਜਾਂ ਹਸਪੀਟਲ 'ਚ ਮੈਨੇਜ ਕੀਤੇ ਜਾ ਸਕਦੇ ਆ। ਲੈਵਲ 3 ਦੇ ਵਿੱਚ ਉਹ ਮਰੀਜ਼ ਨੇ ਜਿਨ੍ਹਾਂ ਦਾ ਆਕਸੀਜਨ ਲੈਵਲ ਬਹੁਤ ਜ਼ਿਆਦਾ ਘਟ ਜਾਂਦਾ। ਮੇਰਾ ਆਪਣਾ ਮੰਨਣਾ ਹੈ, ਔਰ ਬਹੁਤ ਹੀ ਇਹ ਗੱਲ ਦੇ ਵਿੱਚ ਸੱਚਾਈ ਵੀ ਹੈ, ਕਿ ਜੇ ਅਸੀਂ ਲੈਵਲ 1 ਤੇ ਲੈਵਲ 2 ਦੇ ਮਰੀਜ਼ਾਂ ਨੂੰ ਬਿਲਕੁਲ ਇਨੀਸ਼ੀਅਲ ਲੈਵਲ ਦੇ ਉੱਪਰ ਹੀ ਠੀਕ ਕਰ ਦਈਏ, ਤਾਂ ਉਹਨਾਂ ਨੂੰ ਲੈਵਲ 3 ਤੱਕ ਜਾਣ ਦੀ ਨੌਬਤ ਹੀ ਨਾ ਆਵੇ, ਤਾਂ ਜਿੱਥੇ ਜਾ ਕੇ ਸਾਨੂੰ ਆਕਸੀਜਨ ਕ੍ਰਾਈਸਿਸ ਦਾ ਸਾਹਮਣਾ ਜਿਹੜਾ ਕਿ ਕਰਨਾ ਪਵੇ। ਡਾਕਟਰ ਸਾਹਿਬ, ਇਹ ਬਿਲਕੁਲ ਸੰਖੇਪ ਜਿਹਾ ਦੱਸੋ, ਤੀਜੀ ਲਹਿਰ ਬਾਰੇ ਵੀ ਲੋਕਾਂ ਨੂੰ ਡਰਾਇਆ ਜਾ ਰਿਹਾ, ਤੀਜੀ ਲਹਿਰ ਵੀ ਕਹਿੰਦੇ ਤਿਆਰ ਹੈ ਜੀ। ਜਦੋਂ ਹੁਣ ਕਰੋਨਾ ਦੀ ਪਹਿਲੀ ਲਹਿਰ ਦਾ ਮਤਲਬ ਕਿ ਉਹਦਾ ਜਿਹੜਾ ਪਹਿਲਾ ਜੈਨੇਟਿਕ ਮੇਕਅਪ ਸੀਗਾ, ਉਹਦੇ ਨਾਲ ਉਹਨੇ ਪਹਿਲਾ ਅਸਰ ਦਿੱਤਾ। ਹੁਣ ਜਦੋਂ ਨਵਾਂ ਮਿਊਟੈਂਟ ਹੋ ਗਿਆ, ਵੇਰੀਐਂਟ ਆਫ ਕੰਸਰਨ ਜਾਂ ਯੂਕੇ ਵੇਰੀਐਂਟ ਆ, ਉਹਨੂੰ ਦੂਜਾ ਵੇਰੀਐਂਟ ਕਹਿ ਕੇ ਦੂਜੀ ਲਹਿਰ ਕਹਿ ਦਿੱਤਾ ਗਿਆ। ਔਰ ਉਹਦੇ ਵਿੱਚ ਜਿਹੜੇ 18 ਤੋਂ 45 ਸਾਲ ਦੇ ਜਿਹੜੇ ਏਜ ਗਰੁੱਪ ਦੇ ਲੋਕ ਨੇ, ਉਹਨਾਂ ਤੇ ਇਹਦਾ ਮਾਰੂ ਪ੍ਰਭਾਵ ਪੈ ਰਿਹਾ ਹੈ। ਔਰ ਤੀਜੀ ਲਹਿਰ ਆ ਗਈ ਬੱਚਿਆਂ ਦੀ। ਉਹ ਇਹ ਗੱਲ ਦੀ ਉਮੀਦ ਰੱਖੀ ਜਾ ਰਹੀ ਹੈ ਕਿ ਜੇ ਹੁਣ ਵੀ ਆਪਾਂ ਨਾ ਚੇਤੇ, ਤਾਂ ਸ਼ਾਇਦ ਸਾਡੇ ਜਿਹੜੇ ਬੱਚੇ ਆ ਉਹ ਵੀ ਜਿਹੜੇ ਆ ਸੇਫ ਨਹੀਂ ਰਹਿਣਗੇ। ਤਾਂ ਉਹ ਤਾਂ ਕਰਕੇ ਫਿਰ ਤੀਜੀ ਲਹਿਰ ਦਾ ਜਿਹੜਾ ਖੌਫ ਆ ਉਹ ਸਾਡੇ ਲੋਕਾਂ ਦੇ ਵਿੱਚ ਪਹਿਲਾਂ ਹੀ ਆ ਰਿਹਾ ਹੈ। ਕੀ ਉਪਾਅ, ਕੀ ਤੌਰ ਤਰੀਕੇ, ਕੀ ਪਾਲਿਸੀਜ਼, ਕਿਹੜੇ ਪ੍ਰੋਗਰਾਮ ਤੁਰੰਤ ਬੜੇ ਅਸਰਦਾਰ ਢੰਗ ਨਾਲ ਸ਼ੁਰੂ ਕਰਨੇ ਚਾਹੀਦੇ, ਵਿੱਢਣੇ ਚਾਹੀਦੇ ਆ, ਤਾਂ ਕਿ ਇਸ ਰੋਗ ਨੂੰ ਛੇਤੀ ਤੋਂ ਛੇਤੀ, ਇਹ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ, ਤੇ ਯਾਨੀ ਤਸੱਲੀ ਬਖਸ਼ ਹੱਦ ਤੱਕ ਇਹਦੇ ਤੇ ਕਾਬੂ ਪਾਇਆ ਜਾ ਸਕਦਾ। ਜੀ ਦੇਖੋ, WHO ਨੇ ਪਿਛਲੇ ਸਾਲ ਤੋਂ ਹੀ ਇਹ ਗੱਲ ਗਵਰਨਮੈਂਟ ਆਫ ਇੰਡੀਆ ਲਈ ਜਾਂ ਇੰਡੀਆ ਲਈ ਇਹ ਗੱਲ ਕਹੀ ਸੀ ਕਿ ਇੰਡੀਆ ਦੇ ਵਿੱਚ ਅਗਰ ਇਹ ਵਾਇਰਸ ਦਾ ਪ੍ਰਭਾਵ ਪਏਗਾ ਤੇ ਕਾਫੀ ਨੁਕਸਾਨ ਹੋਣ ਦੀ ਉਮੀਦ ਹੈ, ਔਰ ਉਵੇਂ ਹੀ ਹੋਇਆ। ਇਹਦੇ ਪਿੱਛੇ ਇੱਕ ਵਜ੍ਹਾ ਜ਼ਰੂਰ ਰਹੀ ਆ ਕਿ ਹਿੰਦੁਸਤਾਨ ਗਵਰਨਮੈਂਟ ਨੂੰ ਜਿਸ ਤਰੀਕੇ ਦੇ ਨਾਲ ਇਸ ਵਾਇਰਸ ਨੂੰ ਲੈ ਕੇ ਟੈਸਟਿੰਗ ਕਰਨੀ ਚਾਹੀਦੀ ਸੀ, ਜਾਂ ਕੇਸਿਸ ਨੂੰ ਟਰੈਕ ਕਰਨਾ ਚਾਹੀਦਾ ਸੀਗਾ, ਜਾਂ ਜਿਹੜੇ ਕਨਫਰਮਡ ਕੇਸਿਸ ਆ ਉਹਨਾਂ ਨੂੰ ਰੋਬਸਟ ਲੈਵਲ ਤੇ ਟਰੀਟ ਕਰਨਾ ਚਾਹੀਦਾ ਸੀਗਾ, ਤਾਂ WHO ਦੀ ਜਿਹੜੀ ਇਹ ਸਟ੍ਰੈਟਜੀ ਹੈ ਟੈਸਟਿੰਗ, ਟਰੈਕਿੰਗ ਔਰ ਟਰੀਟਮੈਂਟ, ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਪਿੱਛੇ ਆ। ਮੈਂ ਕਹਿਣਾ ਚਾਹੂੰਗਾ ਕਿ ਅਸੀਂ ਟੈਸਟਿੰਗ ਉਸ ਲੈਵਲ ਤੇ ਨਹੀਂ ਕਰ ਰਹੇ। ਅੰਕੜੇ ਤਾਂ ਇਹ ਦੱਸਦੇ ਨੇ ਗਵਰਨਮੈਂਟ ਆਫ ਇੰਡੀਆ ਦੇ, ਹੈਲਥ ਮਿਨਿਸਟਰੀ ਦੇ, ਕਿ ਅਸੀਂ ਅੱਗੇ ਨਾਲੋਂ ਟੈਸਟਿੰਗ ਵਧਾ ਦਿੱਤੀ ਆ ਸਟੇਟ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ। ਬਟ ਪਾਪੂਲੇਸ਼ਨ ਵਾਈਜ਼ ਜਿੰਨੀ ਟੈਸਟਿੰਗ ਇੱਕ ਫਰੇਮਡ ਟਾਈਮ 'ਚ ਹੋਣੀ ਚਾਹੀਦੀ ਆ, ਉਨੀ ਟੈਸਟਿੰਗ ਨਹੀਂ ਹੋ ਰਹੀ। ਸੋ ਮੇਰਾ ਪਹਿਲਾਂ ਆਪ ਜੀ ਦੇ ਸਵਾਲ ਦਾ ਜਵਾਬ ਇਹ ਹੋਊਗਾ ਕਿ ਮਾਸ ਲੈਵਲ ਤੇ ਜਿਹੜੇ ਟੈਸਟ ਆ ਉਹ ਕਰਨੇ ਚਾਹੀਦੇ ਨੇ। ਬਿਲਕੁਲ। ਗਵਰਨਮੈਂਟ ਆਫ ਇੰਡੀਆ ਨੇ ਹੁਣ ਰੈਪਿਡ ਐਂਟੀਜਨ ਟੈਸਟ ਮਾਸ ਲੈਵਲ ਤੇ ਕਰਨ ਲਈ ਵੀ ਨੋਟੀਫਿਕੇਸ਼ਨ ਜਾਰੀ ਕੀਤੀ ਆ ਕਿ ਸਕੂਲਾਂ ਦੇ ਪੱਧਰ ਤੇ, NGOs ਦੇ ਪੱਧਰ ਤੇ, ਮੁਹੱਲਾ ਸੁਸਾਇਟੀਜ਼ ਦੇ ਪੱਧਰ ਦੇ ਉੱਪਰ ਹਰ ਘਰ ਦੇ ਵਿੱਚ ਜਾਂ ਹਰ ਲੋਕਾਂ ਦੇ ਟੈਸਟ ਜਿਹੜੇ ਆ ਉਹ ਕੀਤੇ ਜਾਣ, ਤਾਂ ਕਿ ਬਿਮਾਰੀ ਨੂੰ ਮੁੱਢਲੇ ਤੌਰ ਤੇ ਹੀ ਫੜਿਆ ਜਾਵੇ। ਸੈਕੰਡਲੀ, ਇਹਨਾਂ ਨੂੰ ਜਿਹੜੀ ਵੈਕਸੀਨੇਸ਼ਨ ਆ ਨਾਲ ਦੀ ਨਾਲ ਪੈਰਲਲ, ਉਹ ਵੈਕਸੀਨੇਸ਼ਨ ਵੀ ਇਹਨਾਂ ਨੂੰ ਲਗਾਉਣ ਵਾਸਤੇ ਇੱਕ ਰੋਬਸਟ ਔਰ ਈਗਰਨੈਸ ਦੇ ਤੌਰ ਤੇ ਮਤਲਬ ਕਿ ਲਗਾਉਣੀ ਚਾਹੀਦੀ ਵੈਕਸੀਨੇਸ਼ਨ। ਜਦ ਕਿ ਵੈਕਸੀਨੇਸ਼ਨ ਸ਼ਡਿਊਲ ਵੀ ਜਿਹੜਾ ਆ ਉਹ ਇਹ ਇੰਨੀ ਜ਼ਿਆਦਾ ਮਤਲਬ ਤਿਆਰੀ ਦੇ ਨਾਲ ਨਹੀਂ ਲਗਾ ਰਹੇ। ਡਾਕਟਰ ਸਾਹਿਬ, ਆਮ ਕਹਾਵਤ ਹੈ ਇੱਕ ਪੰਜਾਬੀ ਦੀ, ਜਾਨ ਹੈ ਤਾਂ ਜਹਾਨ ਹੈ ਜੀ। ਸਿਹਤ ਤੋਂ ਉੱਤੇ ਕੋਈ ਚੀਜ਼ ਨਹੀਂ। ਜਿਵੇਂ ਨਾਗਰਿਕਾਂ ਨੂੰ ਬਾਕੀ ਅਧਿਕਾਰ ਮਿਲੇ ਹੋਏ ਨੇ, ਸਿਹਤ ਦਾ, ਸਿਹਤ ਸੇਵਾਵਾਂ ਦਾ, ਹੈਲਥ ਫੈਸਿਲਿਟੀਜ਼ ਦਾ ਅਧਿਕਾਰ ਜਿਹੜਾ ਉਹ ਹਰ ਨਾਗਰਿਕ ਨੂੰ, ਅਮੀਰ ਨੂੰ, ਗਰੀਬ ਨੂੰ ਉਹ ਮਿਲਣਾ ਚਾਹੀਦਾ। ਇਹਦੇ ਵਾਸਤੇ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ, ਔਰ ਇਹ ਫੰਡਾਮੈਂਟਲ ਰਾਈਟ ਬਣਨਾ ਚਾਹੀਦਾ। ਜਿੱਥੇ ਬਾਕੀ ਫੰਡਾਮੈਂਟਲ ਰਾਈਟਸ ਸਾਡੇ ਕੋਲ ਹੈਗੇ ਨੇ, ਰਾਈਟ ਟੂ ਇਨਫੋਰਮੇਸ਼ਨ, ਰਾਈਟ ਟੂ ਐਜੂਕੇਸ਼ਨ,
ਜਾਂ ਰਾਈਟ ਟੂ ਲਿਵ ਇਨ ਅ ਹੈਲਦੀ এনवायरमेंट, ਅੱਜ ਦੀ ਮੌਜੂਦਾ ਸਥਿਤੀ ਦੇ ਵਿੱਚ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਸਾਨੂੰ ਰਾਈਟ ਟੂ ਹੈਲਥ ਵੀ ਆਪਣਾ ਜਿਹੜਾ ਉਹ ਹੋਣਾ ਚਾਹੀਦਾ ਕਿ ਹਰ ਬੰਦੇ ਨੂੰ ਸਿਹਤ ਸਹੂਲਤਾਂ ਮੁਕੱਰਰ ਔਰ ਮੁਹੱਈਆ ਹੋਣ। ਸਰਕਾਰੀ ਸਹੂਲਤਾਂ ਪ੍ਰੋਪਰ ਲੋਕਾਂ ਨੂੰ ਨਹੀਂ ਮਿਲ ਪਾਉਂਦੀਆਂ, ਸਰਕਾਰ ਦਾ ਇਨਫਰਾਸਟ੍ਰਕਚਰ ਹੈਲਥ ਦਾ ਇੰਨਾ ਕੁ ਪੂਅਰ ਆ, ਔਰ ਜਿਹਦੇ ਕਰਕੇ ਕਿ ਲੋਕਾਂ ਨੂੰ ਇਸ ਅਧਿਕਾਰ ਤੋਂ ਵਾਂਝਾ ਰੱਖਿਆ ਜਾਂਦਾ ਔਰ ਪ੍ਰਾਈਵੇਟ ਖੇਤਰ ਜਿਹੜਾ ਇਹਦੇ ਨਾਲ ਸੰਬੰਧਿਤ ਉਹ ਲੋਕਾਂ ਦੀ ਲੁੱਟ ਸੁੱਟ ਜਾਂਦਾ। ਤੇ ਜੇ ਇਹੀ ਸਰਕਾਰ ਆਪਣੇ ਇਸ ਸਟਰਕਚਰ ਨੂੰ ਸੁਧਾਰ ਲਏ ਤਾਂ ਹਰ ਬੰਦੇ ਨੂੰ ਆਪਣੀ ਸਿਹਤਮੰਦ ਹੋਣ ਦਾ ਜਿਹੜਾ ਅਧਿਕਾਰ ਆ ਉਹ ਮਿਲ ਪਾਊਗਾ ਤੇ ਪ੍ਰਾਈਵੇਟ ਲੁੱਟ ਸੁੱਟ ਤੋਂ ਲੋਕੀ ਬਚ ਸਕਦੇ ਹਨ। ਕਈ ਵਾਰੀ ਹੁੰਦਾ ਨਾ ਮਨ 'ਚ ਕਈ ਤੌਖਲੇ ਹੁੰਦੇ ਆ ਕਿ ਤੁਹਾਡੇ ਸੰਦੇਸ਼ ਦੇਣ ਨਾਲ ਜਾਂ ਤੁਸੀਂ ਜਿਹੜੀਆਂ ਵੈਲਿਊਏਬਲ ਗੱਲਾਂ ਦੱਸੀਆਂ, ਨੁਕਤੇ ਦੱਸੇ ਨੇ, ਉਹਦੇ ਨਾਲ ਬਹੁਤੇ ਲੋਕਾਂ ਦੇ ਤਾਂ ਤੌਖਲੇ ਦੂਰ ਹੋ ਜਾਣਗੇ। ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੰਦੇਸ਼ ਤੁਹਾਡਾ ਕੀ ਹੈ? ਪਹਿਲਾ ਸੰਦੇਸ਼ ਤਾਂ ਇਹੀ ਹੈ ਜੀ, ਸਰਕਾਰ ਬੜੇ ਚਿਰਾਂ ਤੋਂ ਹੀ ਕਹਿ ਰਹੀ ਹੈ ਕਿ ਆਪਣਾ ਪ੍ਰੋਟੈਕਸ਼ਨ ਕਰੋ, ਫੇਸ ਮਾਸਕ ਲਗਾ ਕੇ ਰੱਖੋ, 2 ਗਜ਼ ਦੀ ਦੂਰੀ ਰੱਖੋ, ਇਹ ਤਾਂ ਬਹੁਤ ਜ਼ਰੂਰੀ ਹੈ ਹੀ ਆ। ਬਾਰ-ਬਾਰ ਹੱਥ ਧੋਵੋ, ਹੈਂਡ ਸੈਨੀਟਾਈਜ਼ ਕਰੋ। ਤੇ ਨਾਲ ਦੀ ਨਾਲ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਹਰ ਇੱਕ ਨੂੰ ਆਪਣੇ ਲੈਵਲ 'ਤੇ ਵੀ ਇਹ ਦੇਖਣਾ ਚਾਹੀਦਾ ਕਿ ਅਸੀਂ ਇਹਨਾਂ ਸਿੰਪਟਮਸ ਤੋਂ ਜਾਂ ਇਸ ਬਿਮਾਰੀ ਤੋਂ ਗ੍ਰਸਤ ਤਾਂ ਨਹੀਂ ਹੈ। ਟੈਸਟ ਔਰ ਵੈਕਸੀਨ ਇਹ 2 ਹੀ ਹੱਲ ਨੇ, ਪਲੱਸ ਪ੍ਰੋਟੈਕਸ਼ਨ। ਅੱਜ ਦੇ ਇਸ ਪ੍ਰੋਗਰਾਮ ਵਿੱਚ ਡਾਕਟਰ ਮਨੀਸ਼ ਅਗਰਵਾਲ ਜੀ ਨੇ ਇਹਦੇ ਬਾਰੇ ਬਹੁਤ ਵਡਮੁੱਲੇ ਵਿਚਾਰ ਸਾਂਝੇ ਕੀਤੇ। ਆਸ ਹੈ ਕਿ ਤੁਹਾਨੂੰ ਇਸ ਨਾਲ ਬੜੀ ਜਾਣਕਾਰੀ ਮਿਲੇਗੀ ਅਤੇ ਤੁਸੀਂ ਇਸ ਰੌਸ਼ਨੀ ਵਿੱਚ ਆਪਣਾ ਅਗਲਾ ਜਿਹੜਾ ਜੀਵਨ ਆ ਉਹਨੂੰ ਢਾਲ ਸਕੋਗੇ। ਮੈਂ ਡਾਕਟਰ ਸਾਹਿਬ ਤੁਹਾਡਾ ਸਟੂਡੀਓ 'ਚ ਆਉਣ ਲਈ ਔਰ ਬਹੁਤ ਬੇਸ਼ਕੀਮਤੀ ਜਾਣਕਾਰੀ ਦੇਣ ਲਈ ਸ਼ੁਕਰਗੁਜ਼ਾਰ ਹਾਂ। ਬਹੁਤ ਧੰਨਵਾਦ। ਥੈਂਕ ਯੂ।